ਸਜਣੋ ਤੇ ਮਿੱਤਰੋ, ਤੁਹਾਡਾ ਵੀਰ ਵਕੀਲ ਅਫਤਾਬ ਭੱਟੀ ਇਸਲਾਮਾਬਾਦ ਨਿਊਜ਼ ਦੇ ਪਲੇਟਫਾਰਮ ਤੋਂ ਹਾਜ਼ਰ ਹੈ। ਗੱਲ ਬੜੇ ਦਿਨ ਹੋ ਗਏ ਨਹੀਂ ਕੀਤੀ ਤੇ ਮੇਰਾ ਦਿਲ ਸੀ ਕਿ ਅੱਜ ਤੁਹਾਡੇ ਨਾਲ ਕੋਈ ਇੱਕ ਦੋ ਗੱਲਾਂ ਕਰ ਲਈਏ। ਅਦਾਲਤਾਂ ਦੇ ਵਿੱਚ ਅੱਜ ਕੱਲ੍ਹ ਤੁਹਾਨੂੰ ਪਤਾ ਹੈ ਕਿ ਜੱਜਾਂ ਦੇ ਹੱਥਾਂ ਤੋਂ ਰੌਲਾ ਸ਼ੁਰੂ ਹੋ ਗਿਆ ਹੈ ਤੇ ਅਜੇ ਤੱਕ ਚੱਲਦਾ ਆਉਂਦਾ ਹੈ। ਤੇ ਉਹ ਹੁਣ ਰੌਲਾ ਜਿਹੜਾ ਹੈ ਨਾ ਕਾਫੀ ਹੱਦ ਤੱਕ ਅੱਗੇ ਨਿਕਲ ਗਿਆ। ਹੁਣ ਚੂੰਕਿ ਅਤਰ ਮਿਨੱਲਾ ਦਾ ਨਾਂ ਲੈ ਕੇ ਗੱਲ ਹੈ ਜਿਹੜਾ ਹੈ ਉਹ ਪਾਰਲੀਮੈਂਟ ਦੇ ਵਿੱਚ ਜਿਹੜੀ ਗੁਫ਼ਤਗੂ ਹੋਈ ਹੈ ਉਹ ਵੀ ਤੁਸੀਂ ਦੇਖੋ, ਔਰ ਇਹ ਸਾਰੀਆਂ ਚੀਜ਼ਾਂ ਅਗਰ ਤੁਸੀਂ ਰਲਾਓ ਨਾ ਤੇ ਇੰਜ ਲੱਗਦਾ ਹੈ ਜਿਵੇਂ ਜੱਜ ਜਿਹੜੇ ਨੇ ਉਹ ਸਿਆਸਤ ਕਰ ਰਹੇ ਨੇ ਔਰ ਉਹ ਇਮਰਾਨ ਖਾਨ ਦੀ ਮੁਹੱਬਤ ਦੇ ਵਿੱਚ ਗ੍ਰਿਫਤਾਰ ਨੇ। ਪੈਰੀਅਨ ਕੇਸ ਜਿਹੜਾ ਸੀ, ਇਮਰਾਨ ਖਾਨ ਦੀ ਧੀ ਵਾਲਾ ਜਿਹੜਾ ਰੌਲਾ ਸੀ, ਉਹਦੇ ਵਿੱਚ ਉਹਦਾ ਫੈਸਲਾ 9 ਮਈ ਨੂੰ ਇਸਲਾਮਾਬਾਦ ਹਾਈ ਕੋਰਟ ਦੀ ਵੈਬਸਾਈਟ ਉੱਤੇ ਅਪਲੋਡ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਫਿਰ ਉਹ ਚੂੰਕਿ ਚੀਫ ਜਸਟਿਸ ਦੇ ਇਲਮ ਵਿੱਚ ਨਹੀਂ ਸੀ ਤੇ ਉਹਨਾਂ ਨੇ ਫਿਰ ਇਹਨਾਂ ਉਹ ਫੈਸਲਾ ਵਾਪਸ ਹੋਇਆ। ਫਿਰ ਉਹਦੇ ਤੇ ਨਵਾਂ ਬੈਂਚ ਬਣਿਆ ਔਰ ਨਵੇਂ ਬੈਂਚ ਦੇ ਵਿੱਚ ਵੀ ਇੱਕ ਜੱਜ ਉਸੇ ਬੈਂਚ 'ਚੋਂ ਸੀ ਜਿਹੜਾ ਬੈਂਚ ਪਹਿਲੇ। ਤੇ ਔਰ ਜਿਹੜੇ ਤਿੰਨੋਂ ਜੱਜ ਸਨ ਇਸ ਕੇਸ ਦੇ ਵਿੱਚ, ਉਹ ਤਿੰਨੋਂ ਜੱਜ ਜਿਹੜੇ ਨੇ ਉਹ ਨੇ ਜਿਨ੍ਹਾਂ ਖਤ ਲਿਖਿਆ ਹੈ ਕਿ ਸਾਨੂੰ ਡਰਾਇਆ ਔਰ ਧਮਕਾਇਆ ਜਾਂਦਾ ਹੈ। ਗੱਲ ਇਹ ਕਿ ਇੱਥੇ ਕਦੀ ਕਿਸੇ ਦੀ ਮੁਹੱਬਤ ਦੇ ਵਿੱਚ ਅਮਾਨ ਦੇ ਨਾਲ ਖੇਡ ਖੇਡੀ ਜਾਂਦੀ ਹੈ ਤੇ ਕਦੀ ਕਿਸੇ ਦੀ ਨਫ਼ਰਤ ਦੇ ਵਿੱਚ ਸਿਆਸਤ ਖੇਡੀ ਜਾਂਦੀ ਹੈ। ਸੁਪਰੀਮ ਕੋਰਟ ਦੇ ਵਿੱਚ ਵੀ ਇਮਰਾਨ ਖਾਨ ਨੂੰ ਸਾਦਕ ਔਰ ਅਮੀਨ ਤੋਂ ਲੈ ਕੇ ਜਿਹੜੀ ਮੁਹੱਬਤ ਚਲਦੀ ਆਉਂਦੀ ਹੈ ਇਹਨਾਂ ਅਦਾਲਤਾਂ ਦੇ ਵਿੱਚ, ਉਹ ਜੇ ਕਾਇਮ ਰਹਿਣ ਤੇ ਫਿਰ ਜਦੋਂ ਕਿਸੇ ਵੱਡੇ ਇਦਾਰੇ ਦੇ ਕਿਸੇ ਬੰਦੇ ਨੂੰ ਬੁਲਾਉਣਾ ਹੋਵੇ ਤੇ ਉੱਥੇ ਲੱਤਾਂ ਕੰਬਦੀਆਂ ਨੇ ਇਹਨਾਂ ਦੀਆਂ। ਤੇ ਸਿਆਸਤਦਾਨਾਂ ਨੂੰ ਇਹ ਰੋਜ਼ ਬੁਲਾਇਆ ਹੁੰਦਾ ਇਹਨਾਂ ਨੇ ਤੇ ਤੂਹੀਨੇ ਅਦਾਲਤ। ਔਰ ਗੱਲ ਇਹ ਕਿ ਜਦੋਂ ਮੁਸ਼ਰਫ ਨੇ ਆਇਨ ਤੋੜਿਆ ਔਰ ਆਇਨ ਤੋੜਨ ਦੀ ਸਜ਼ਾ ਉਹਨੂੰ ਮੌਤ ਦਿੱਤੀ ਗਈ, ਉਹਦੇ ਖਿਲਾਫ ਇਹ ਫੈਸਲਾ ਸੁਣਾਇਆ ਗਿਆ ਤੇ ਜਿਹੜੇ ਜੱਜਾਂ ਨੇ ਆਇਨ ਰੀਰਾਈਟ ਕੀਤੇ ਨੇ, ਆਇਨ ਦੁਬਾਰਾ ਲਿਖੇ ਨੇ, ਜਿਹੜੇ ਆਇਨ ਤੋਂ ਹਟ ਕੇ ਫੇਵਰ ਦਿੰਦੇ ਨੇ, ਉਹ ਵੀ ਤੇ ਆਇਨ ਦੇ ਨਾਲ ਜ਼ਿਆਦਤੀ ਹੈ ਨਾ, ਉਹ ਵੀ ਤਾਂ ਆਇਨ ਤੋੜਨ ਦੇ ਬਰਾਬਰ ਹੈ ਨਾ। ਉਹਨਾਂ ਦੇ ਬਾਰੇ ਵੀ ਕੋਈ ਕਾਨੂੰਨ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ। ਤੇ ਬਾਕੀ ਗੱਲ ਇਹ ਹੈ ਕਿ ਫਿਰ ਕਹਿੰਦੇ ਨੇ ਜੀ ਕਿ ਉਹ ਬੂਟਾ ਗਾਲਾਂ ਕੱਢਦਾ ਹੈ। ਭਾਈ ਬੂਟਾ ਗਾਲਾਂ ਨਾ ਕੱਢੇ ਤੇ ਕੀ ਕਰੇ ਜਦੋਂ ਜੱਜਾਂ ਦੇ ਫੈਸਲੇ ਇੰਜ ਦੇ ਹੋਣਗੇ। ਜਦੋਂ ਜਰਨੈਲ ਜਿਹੜੇ ਨੇ ਇੱਥੇ ਮਾਰਸ਼ਲ ਲਾ ਲਾ ਕੇ ਤੇ 11 ਸਾਲ ਸਾਡੇ ਤੋਂ ਮੁਸੱਲਤ ਰਹਿਣਗੇ ਤੇ ਫਿਰ ਬੂਟਾ ਕੀ ਕਰੇਗਾ? ਬੂਟਾ ਵਿਚਾਰਾ ਗਾਲਾਂ ਤਾਂ ਕੱਢੇਗਾ। ਹੁਣ ਤੁਸੀਂ ਵੇਖ ਲਓ ਕਿ ਇਹ ਜਿਹੜਾ ਹੱਕੇ ਇੱਜ਼ਤ ਵਾਲਾ ਕਾਨੂੰਨ ਜਿਹੜਾ ਗਵਰਨਮੈਂਟ ਨੇ ਬਣਾਇਆ, ਪੰਜਾਬ ਗਵਰਨਮੈਂਟ ਨੇ ਜਿਹੜਾ ਕਾਨੂੰਨ ਪਾਸ ਕੀਤਾ ਹੈ, ਉਹਦੇ ਵਿੱਚ ਹੁਣ ਕੋਈ ਪਾਰਟੀ ਜਿਹੜੀ ਉਹ ਨਹੀਂ ਉਹਨਾਂ ਨਾਲ ਖੜੀ, ਸਿਰਫ ਇੱਕ ਨੂਨ ਲੀਗ। ਔਰ ਤੁਸੀਂ ਅਗਰ ਦੇਖੀਏ ਜਦੋਂ ਪੀਕਾ ਦਾ ਕਾਨੂੰਨ ਬਣਾਇਆ ਜਾ ਰਿਹਾ ਸੀ ਇਮਰਾਨ ਖਾਨ ਦੀ ਹਕੂਮਤ ਦੇ ਵਿੱਚ, ਉਦੋਂ ਮਰੀਮ ਨਵਾਜ਼ ਨੇ ਤਕਰੀਰ ਕੀਤੀ ਸੀ ਕਿ ਇਸ ਤਰ੍ਹਾਂ ਦਾ ਕਾਨੂੰਨ ਅਸੀਂ ਨਹੀਂ ਮੰਨਦੇ ਔਰ ਜਦੋਂ ਅਸੀਂ ਹਕੂਮਤ ਵਿੱਚ ਆਵਾਂਗੇ ਅਸੀਂ ਇਸ ਤਰ੍ਹਾਂ ਦਾ ਕੋਈ ਕਾਨੂੰਨ ਨਹੀਂ ਬਣਾਵਾਂਗੇ। ਹੁਣ ਨਾ ਜਨਾਬ ਸਾਫੀ ਤਨਜ਼ੀਮਾਂ ਕੋਲੋਂ ਪੁੱਛਿਆ ਗਿਆ ਕਿ ਕਾਨੂੰਨ ਬਣਾਉਣ ਲੱਗੇ ਆ, ਨਾ ਪੀਪਲਸ ਪਾਰਟੀ ਕੋਲੋਂ ਪੁੱਛਿਆ ਗਿਆ, ਨਾ ਕਿਸੇ ਹੋਰ ਕੋਲੋਂ ਪੁੱਛਿਆ ਗਿਆ, ਕਾਨੂੰਨ ਬਣਾ ਦਿੱਤਾ। ਕਿਉਂਕਿ ਉਹ ਫਿਰ ਮਰੀਮ ਬੀਬੀ ਉਹ ਫਿਰ ਬਾਅਦ ਉਹ ਗੱਲ ਯਾਦ ਕਰਨਾ ਕਰਮਾਂ ਵਾਲੀਏ ਜਿਹੜੀ ਤੂੰ ਇਮਰਾਨ ਖਾਨ ਦੇ ਦੌਰ ਵਿੱਚ ਕੀਤੀ ਸੀ, ਭੁੱਲ ਗਈ ਆ ਤੇ ਮੈਂ ਤੈਨੂੰ ਯਾਦ ਕਰਵਾ ਦੇਣਾ। ਗੱਲ ਇਹ ਵੇ ਕਿ ਅਗਰ ਜੱਜ, ਜਰਨੈਲ ਔਰ ਸਿਆਸਤਦਾਨ ਆਵਾਮ ਦੇ ਨਾਲ ਕਦੀ ਬਾਂਦਰ ਕਿੱਲਾ ਖੇਡਦੇ ਨੇ, ਕਦੀ ਗੁੱਲੀ ਡੰਡਾ ਖੇਡਦੇ ਨੇ। ਗੱਲ ਇਹ ਵੇ ਕਿ ਇਸ ਮੁਲਕ ਦੇ ਉੱਤੇ ਖੁਦਾ ਦਾ ਨਾਮ ਦੇ ਕੁਝ ਰਹਿਮ ਕਰੋ, ਕੁਝ ਖੁਦਾ ਦਾ ਖੌਫ ਕਰੋ। ਜੱਜ ਵੀ, ਜਰਨੈਲ ਵੀ, ਸਿਆਸਤਦਾਨ ਵੀ, ਸਾਨੂੰ ਵੀ ਸੁੱਖ ਦਾ ਸਾਹ ਲੈਣ ਦਿਓ, ਕੋਈ ਇੱਜ਼ਤ ਦੀ ਰੋਟੀ ਅਸੀਂ ਵੀ ਖਾ ਲਈਏ। ਮੈਂ ਤਾਂ ਇੰਨੀ ਰਿਕੁਐਸਟ ਕਰਾਂਗਾ ਤੇ ਫਿਰ ਇਹ ਮੈਨੂੰ ਨਹੀਂ ਕਹਿਣਾ ਕਿ ਬੂਟਾ ਗਾਲਾਂ ਕੱਢਦਾ ਹੈ। ਭਾਈ ਬੂਟੇ ਕੋਲ ਲਫ਼ਜ਼ਾਂ ਦੀ ਜਿਹੜੀਆਂ ਨੇ ਉਹ ਹੀ ਤੋਪਾਂ ਨੇ, ਉਹਦੇ ਲਫ਼ਜ਼ ਜਿਹੜੇ ਨੇ ਉਹ ਹੀ ਬੰਬ ਨੇ, ਉਹਦੇ ਲਫ਼ਜ਼ ਜਿਹੜੇ ਨੇ ਉਹ ਹੀ ਜਨਾਬ ਕਲਮ ਨੇ, ਉਹਦੇ ਲਫ਼ਜ਼ ਜਿਹੜੇ ਨੇ ਉਹ ਹੀ ਉਹ ਤਰਾਜ਼ੂ, ਉਹ ਤਰਕੜੀ ਨੇ। ਜਿੱਡਾ ਕੋ ਬੂਟੇ ਦਾ ਜ਼ਹਿਨ ਹੈ ਫਿਰ ਉਸ ਬੂਟੇ ਨੇ ਤਾਂ ਉਸ ਜ਼ਹਿਨ ਦੇ ਮੁਤਾਬਕ ਹੀ ਲਫ਼ਜ਼ ਇਸਤੇਮਾਲ ਕਰਨੇ। ਫਿਰ ਮੈਨੂੰ ਨਹੀਂ ਕਹਿਣਾ ਭਾਈ ਕਿ ਬੂਟਾ ਗਾਲਾਂ ਕੱਢਦਾ ਹੈ। ਲਿਹਾਜ਼ਾ ਸਾਰਿਆਂ ਨੂੰ ਮੇਰੀ ਰਿਕੁਐਸਟ ਹੈ ਕਿ ਕੁਝ ਆਵਾਮ ਦਾ ਸੋਚੋ।